ਜਦੋਂ 2008 ਦੇ ਵਿੱਚ ਡਿਲੀਵਰੀ ਕੇਸ ਆਉਂਦੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਲੈ ਕੇ ਜਾਣ ਦੀ ਸਹੂਲਤ ਹੁੰਦੀ ਸੀ ਤੇ ਨਾ ਹੀ ਇੰਨੇ ਹਸਪੀਟਲ ਹੁੰਦੇ ਸੀ ਜਾਂ ਨਾ ਹੀ ਇੰਨੇ ਕੋਈ ਗਾਇਨੀ ਦੇ ਡਾਕਟਰ ਹੁੰਦੇ ਸੀ। ਤੇ ਉਹ ਨਾ ਇੱਕ ਦਾਈਆਂ ਹੁੰਦੀਆਂ ਸੀ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਉਹ ਸਾਨੂੰ ਇਹ ਕਹਿੰਦੇ ਸੀ ਕਿ ਮੈਨੂੰ ਦਾਈ ਤੱਕ ਪਹੁੰਚਾ ਦਿਓ। ਤੇ ਆਸ਼ਾ ਵਰਕਰ ਨੇ ਫਟਾਫਟ ਕਿਸੇ ਦਾਈ ਤੱਕ ਪਹੁੰਚਣਾ, ਦਾਈ ਨੂੰ ਉਹਦੇ ਘਰ ਲੈ ਕੇ ਆਉਣਾ ਤਾਂ ਕਿ ਉਸ ਬੱਚੇ ਨੂੰ, ਜੱਚਾ ਨੂੰ ਬਚਾਇਆ ਜਾ ਸਕੇ। ਮੈਨੂੰ ਯਾਦ ਹੈ ਕਿ ਜਦੋਂ ਕੋਵਿਡ ਦਾ ਦੌਰ ਆਇਆ ਉਸ ਸਮੇਂ ਲਗਭਗ ਹਰ ਇੱਕ ਚੀਜ਼ ਬੰਦ ਹੋ ਗਈ। ਸਰਕਾਰ ਨੇ ਜ਼ਿੰਮੇਵਾਰੀ ਆਸ਼ਾ ਵਰਕਰਾਂ ਦੇ ਉੱਤੇ ਵੀ ਪਾਈ ਸੀਗੀ। ਜਦੋਂ ਅਸੀਂ ਜ਼ੀਰੋ ਗਰਾਊਂਡ ਦੇ ਵਿੱਚ ਸਾਨੂੰ ਉਤਾਰਿਆ ਗਿਆ ਤਾਂ ਸਾਨੂੰ ਕੋਈ ਸੇਫਟੀ ਕਿੱਟ ਨਹੀਂ ਸੀ, ਸਾਡੇ ਕੋਲ ਗਲਵਜ਼ ਨਹੀਂ ਸੀਗੇ, ਸਾਡੇ ਕੋਲ ਕੋਈ ਗਲਵਜ਼ ਨਹੀਂ ਸੀ, ਸਾਡੇ ਕੋਲ ਕੋਈ ਸੈਨੀਟਾਈਜ਼ ਨਹੀਂ ਸੀ, ਕੁਝ ਵੀ। ਅਸੀਂ ਜਿਵੇਂ ਕਹਿ ਲਈਏ ਬਿਨਾਂ ਹਥਿਆਰਾਂ ਤੋਂ ਸਾਨੂੰ ਹੇਠਾਂ ਉਤਾਰਿਆ ਗਿਆ ਸੀ। ਕਈ ਤਾਂ ਇਹ ਚਾਹੁੰਦੇ ਸੀ ਕਿ ਬਾਹਰੋਂ ਹੀ ਵਾਪਸ ਮੁੜ ਜਾਣ, ਕਿਉਂਕਿ ਇਹ ਬਿਮਾਰੀ ਲੈ ਕੇ ਆਈਆਂ ਨੇ, ਇਹ ਘਰ ਘਰ ਜਾਂਦੀਆਂ ਨੇ, ਇਹ ਖੁਦ ਬਿਨਾਂ ਦਸਤਾਨੇ ਤੋਂ ਹੈ, ਇਹ ਖੁਦ ਆਪ ਕੋਈ ਸੇਫਟੀ ਕਿੱਟ ਦੇ ਵਿੱਚ ਨਹੀਂ ਹੈਗੀਆਂ। ਹੋ ਸਕਦਾ ਇਹ ਬਿਮਾਰੀ ਲੈ ਕੇ ਸਾਡੇ ਘਰ ਦੇ ਵਿੱਚ ਨਾ ਕਿਤੇ ਛੱਡ ਦੇਣ। ਜ਼ਿਆਦਾ ਬੁਰੀਆਂ ਭਲੀਆਂ ਗੱਲਾਂ ਵੀ ਕਹੀਆਂ, ਇਹ ਵੀ ਕਿਹਾ ਕਿ ਤੁਸੀਂ ਸਰਕਾਰੀ ਏਜੰਟ ਹੋ, ਤੁਸੀਂ ਸਰਕਾਰ ਦੇ ਏਜੰਟ ਹੈ, ਤੁਸੀਂ ਸਰਕਾਰ ਨਾਲ ਮਿਲੇ ਹੋਏ ਹੋ। ਸਾਨੂੰ ਇਲਜ਼ਾਮ ਵੀ ਲਾਇਆ ਗਿਆ ਕਿ ਤੁਹਾਨੂੰ ਇੱਕ ਮਰੀਜ਼ ਦਾ 50,000 ਰੁਪਈਆ ਮਿਲਦਾ। 2500 ਰੁਪਈਆ ਸਾਨੂੰ 31 ਰੁਪਈਏ ਰੋਜ਼ ਪਰ ਡੇ ਦੇ ਬਣਦੇ ਸੀ। 2500 ਰੁਪਈਆ ਪਰ ਡੇ ਦਾ ਸਾਨੂੰ 31 ਰੁਪਈਏ ਦੇ ਨਾਲ ਜਿਹੜਾ ਪਰ ਡੇ ਕੰਮ ਕਰਵਾਇਆ ਜਾ ਰਿਹਾ ਸੀ। ਜਿਹੜੀ ਪਹਿਚਾਣ ਸਾਨੂੰ ਮਿਲਣੀ ਸੀ, ਜਿਹੜੀ ਸਾਨੂੰ ਮਾਣ ਮਿਲਣਾ ਸੀ, ਸਾਨੂੰ ਬੈਠਿਆਂ ਬਿਠਾਇਆਂ ਨੂੰ ਉਹ 2500 ਰੁਪਈਆ ਹੀ ਫਿਕਸ ਕਰ ਦੇਣਾ ਚਾਹੀਦਾ ਸੀ ਸਰਕਾਰ ਨੂੰ। ਕਈ ਵਾਰ ਸਾਨੂੰ ਕੋਈ ਨਸ਼ੇੜੀ ਬੰਦੇ ਆ ਕੇ ਵੀ ਗਲਤ ਬੰਦਾ ਚੰਗਾ ਸ਼ਬਦ ਵੀ ਬੋਲਦੇ ਹੁੰਦੇ ਸੀ, ਉਹ ਅਸੀਂ ਸਾਰੀ 2 ਮਹੀਨੇ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ, ਕਿਉਂਕਿ ਜਿਹੜੀ ਆਸ਼ਾ ਵਰਕਰ ਤੇ ਫੈਸਿਲੀਟੇਟਰ ਹੈ, ਇਹਦੇ ਬਿਨਾਂ ਜਿਹੜਾ ਹੈਲਥ ਹੈ ਉਹ ਬਿਲਕੁਲ ਅਧੂਰਾ ਹੈ। ਇਹ ਇੱਕ ਪੁਲ ਦਾ ਕੰਮ ਕਰਦੀ ਹੈ ਆਸ਼ਾ ਵਰਕਰ, ਕਿਉਂਕਿ ਜਦੋਂ ਤੱਕ ਜ਼ੀਰੋ ਗਰਾਊਂਡ ਤੋਂ ਕੋਈ ਵੀ ਰਿਪੋਰਟ ਹੈ ਜਿਹੜੀ ਉਹ ਨਹੀਂ ਜਾਊਗੀ, ਉਦੋਂ ਤੱਕ ਹੈਲਥ ਹੈ ਜਿਹੜਾ ਉਹ ਬਿਲਕੁਲ ਜ਼ੀਰੋ ਤੇ ਪਿਆ ਹੈ। ਤੇ ਇਸ ਗੱਲ ਕਰਕੇ ਇਹ ਵੀ ਆਸ਼ਾ ਵਰਕਰਾਂ ਨੇ ਤਾਂ ਬਹੁਤ ਜ਼ਿਆਦਾ ਬਖੂਬੀ ਢੰਗ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ, ਬਟ ਸਰਕਾਰਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਹੀਂ ਨਿਭਾਈਆਂ, ਜੋ ਕਿ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ। ਆਸ਼ਾ ਵਰਕਰ ਤੇ ਫੈਸਿਲੀਟੇਟਰ ਲਈ ਸਰਕਾਰਾਂ ਵੱਲੋਂ ਜਿਹੜਾ ਕੋਈ ਵੀ ਕਦਮ ਹੈ ਉਹ ਨਹੀਂ ਉਠਾਇਆ ਗਿਆ, ਜਿਹਦੇ ਕਰਕੇ ਸਾਡੇ ਪੰਜਾਬ ਦੀਆਂ ਵਰਕਰਾਂ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਹੈ ਜਿਹੜਾ ਉਹ ਪਾਇਆ ਗਿਆ। ਅੱਜ 8 ਮਾਰਚ ਨੂੰ ਅਸੀਂ ਸਾਰੇ ਆਲਮੀ ਔਰਤ ਦਿਹਾੜਾ ਮਨਾ ਰਹੇ ਹਾਂ। ਅੱਜ ਦੇ ਦਿਨ ਬਹੁਤ ਸਾਰੇ ਸਮਾਗਮ ਹੋਣਗੇ, ਵੱਡੇ ਭਾਸ਼ਣ ਦਿੱਤੇ ਜਾਣਗੇ, ਨਾਰੀ ਸ਼ਕਤੀ ਦੀ ਗੱਲ ਹੋਏਗੀ, ਪਰ ਅਸਲ ਦੇ ਵਿੱਚ ਔਰਤਾਂ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਦੀਆਂ ਨੇ, ਉਹਨਾਂ ਨੂੰ ਕਿਹੜੇ ਹੱਕ ਦਿੱਤੇ ਜਾ ਰਹੇ ਨੇ, ਜਿਹੜੇ ਹੱਕਾਂ ਨੂੰ ਲੈ ਕੇ ਉਹ ਸੰਘਰਸ਼ ਕਰਦੀਆਂ ਨੇ, ਕਦੋਂ ਤੱਕ ਜਾਂ ਕਿੰਨੇ ਸਮੇਂ ਦੇ ਵਿੱਚ ਉਹਨਾਂ ਦੀ ਗੱਲ ਸੁਣ ਲਈ ਜਾਂਦੀ ਹੈ, ਜਿਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਜਿਹੜੇ ਮੈਦਾਨ ਦੇ ਵਿੱਚ ਆਉਂਦੇ ਨੇ, ਜਿਹੜੇ ਧਰਨਾ ਲਗਾਉਂਦੀਆਂ ਨੇ ਔਰਤਾਂ, ਉਹ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰਦੀਆਂ ਨੇ, ਕਿਹੜਾ ਮੁਸੀਬਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਇਹਨਾਂ ਤਮਾਮ ਗੱਲਾਂ ਦੇ ਉੱਤੇ ਅੱਜ ਇਸ ਇੰਟਰਵਿਊ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰਾਂਗੇ, ਤੁਹਾਨੂੰ ਦੱਸਾਂਗੇ, ਕਿਉਂਕਿ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਮੈਡਮ ਕਿਰਨਦੀਪ ਕੌਰ ਪੰਜੋਲਾ ਜੀ। ਇਹ ਉਹ ਲੇਡੀ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਆਸ਼ਾ ਵਰਕਰਾਂ ਨੂੰ ਜਾਗਰੂਕ ਕੀਤਾ ਹੈ, ਉਹਨਾਂ ਨੂੰ ਇਕਜੁੱਟ ਕੀਤਾ ਹੈ ਆਪਣੇ ਹੱਕਾਂ ਦੇ ਲਈ, ਆਪਣੀ ਲੜਾਈ ਦੇ ਲਈ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਲੜਾਈ ਕਰਨੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਹੱਕ ਸਰਕਾਰਾਂ ਤੋਂ ਮੰਗਣੇ ਨੇ, ਸਮਾਜ ਤੋਂ ਮੰਗਣੇ ਨੇ, ਕਿਉਂਕਿ ਸਮਾਜ ਵੀ ਹੱਕ ਔਰਤਾਂ ਨੂੰ ਆਸਾਨੀ ਦੇ ਨਾਲ ਨਹੀਂ ਦਿੰਦਾ। ਇਸ ਕਰਕੇ ਇਹਨਾਂ ਦੇ ਵੱਲੋਂ ਹਰ ਰੋਜ਼ ਹੀ ਇੱਕ ਲੜਾਈ ਲੜੀ ਜਾਂਦੀ ਹੈ। ਇੱਕ ਲੜਾਈ ਔਰਤਾਂ ਦੀ ਘਰਾਂ ਦੇ ਵਿੱਚ ਹੁੰਦੀ ਹੈ, ਇੱਕ ਲੜਾਈ ਸਮਾਜ ਦੇ ਵਿੱਚ ਹੈ, ਤੇ ਇੱਕ ਲੜਾਈ ਜਦੋਂ ਸਰਕਾਰਾਂ ਦੇ ਨਾਲ ਮੱਥਾ ਲੈਣਾ ਹੁੰਦਾ ਉਸ ਸਮੇਂ ਇਹਨਾਂ ਦੇ ਵੱਲੋਂ ਲੜੀ ਜਾਂਦੀ ਹੈ। ਮੈਡਮ ਦਾ ਸਵਾਗਤ ਕਰਦੇ ਹਾਂ। ਮੈਮ ਬਹੁਤ ਸਵਾਗਤ ਹੈ। ਬਹੁਤ ਥੈਂਕ ਯੂ ਤੁਹਾਡਾ ਨਿਊਜ਼ ਚੈਨਲ ਦਾ, ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ। ਤੇ ਮੈਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪੂਰੇ ਆਲ ਵਰਲਡ ਦੇ ਵਿੱਚ ਸਾਰੀਆਂ ਔਰਤਾਂ ਨੂੰ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਕਿ ਇੱਕ ਦਿਵਸ ਹੈ ਜਿਹੜਾ ਵਿਸ਼ੇਸ਼ ਤੌਰ 'ਤੇ ਹੀ ਸਾਡੀਆਂ ਪੂਰੇ ਆਲ ਵਰਲਡ ਦੀਆਂ ਔਰਤਾਂ ਲਈ ਬਣਿਆ। ਮੇਰਾ ਸਵਾਲ ਤਾਂ ਮੈਂ ਨਹੀਂ ਕਹੂੰਗੀ, ਪਰ ਮੈਂ ਇਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ, ਕਿਉਂਕਿ ਅਸੀਂ ਤਾਂ ਕੈਮਰੇ 'ਤੇ ਪਿੱਛੋਂ ਦੇਖਣਾ ਹੁੰਦਾ, ਅਸੀਂ ਸਿਰਫ ਇੱਕ ਕੈਮਰੇ ਦੇ ਰਾਹੀਂ ਜਿਹੜੀ ਚੀਜ਼ ਸਾਡੇ ਕੋਲ ਆ ਗਈ ਅਸੀਂ ਉਹ ਦੇਖ ਲੈਂਦੇ ਹਾਂ ਕਿ ਆਸ਼ਾ ਵਰਕਰ ਇੱਥੇ ਧਰਨਾ ਲਗਾ ਰਹੇ ਨੇ, ਇੱਥੇ ਲਾਠੀ ਚਾਰਜ ਹੋ ਗਿਆ, ਇੱਥੇ ਪੁਲਿਸ ਨਾਲ ਟਕਰਾਅ ਹੋ ਗਿਆ। ਉਹ ਚੀਜ਼ਾਂ ਅਸੀਂ ਸਿਰਫ ਦੇਖਦੇ ਹਾਂ, ਅਸੀਂ ਗਰਾਊਂਡ ਰਿਐਲਿਟੀ ਸਾਨੂੰ ਨਹੀਂ ਪਤਾ ਕੀ ਹੁੰਦੀ ਹੈ। ਤੁਸੀਂ ਦੱਸੋ ਕਿ
ਸਥਿਤੀ ਕਿਵੇਂ ਦੀ ਬਣ ਜਾਂਦੀ ਹੈ ਕਿ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਸ ਤੋਂ ਬਾਅਦ ਸਰਕਾਰ ਦੇ ਨਾਲ ਮੱਥਾ ਲਾਉਣ ਦੇ ਲਈ ਵੀ ਫਿਰ ਤੁਹਾਨੂੰ ਕੋਈ ਡਰ ਨਹੀਂ ਹੁੰਦਾ। ਦੇਖੋ ਜੀ, ਸਰਕਾਰ ਦੇ ਨਾਲ ਮੱਥਾ ਲਾਉਣ ਲਈ ਇੱਕ ਔਰਤਾਂ ਨੂੰ ਜਿਹੜਾ ਸੰਘਰਸ਼ ਕਰਨਾ ਬਹੁਤ ਮੁਸ਼ਕਲ ਹੁੰਦਾ, ਕਿਉਂਕਿ ਔਰਤਾਂ ਭਾਵੇਂ ਆਜ਼ਾਦ ਔਰਤ ਹੈ, ਬਟ ਜਦੋਂ ਸੰਘਰਸ਼ ਦੀ ਗੱਲ ਆਉਂਦੀ ਹੈ ਜਾਂ ਬਾਹਰ ਵਰਕ ਕਰਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਮੁਸ਼ਕਲਾਂ ਜਿਹੜੀਆਂ ਔਰਤਾਂ ਨੂੰ ਆਉਂਦੀਆਂ ਨੇ। ਕਿਉਂਕਿ ਜਦੋਂ ਸੰਘਰਸ਼ ਦੀ ਗੱਲ ਆ ਜਾਂਦੀ ਹੈ, ਲਾਠੀ ਚਾਰਜ ਹੁੰਦਾ, ਪਾਣੀ ਦੀਆਂ ਵਿਛਾੜਾਂ ਹੁੰਦੀਆਂ ਨੇ, ਤਾਂ ਬਹੁਤ ਸਾਰੇ ਜਿਹੜੇ ਸੰਘਰਸ਼ ਕਰਦੀਆਂ ਵਰਕਰਾਂ ਤੇ ਸਾਡੇ ਤੇ ਤਸੀਹੇ ਜਿਹੜੇ ਆਏ ਨੇ, ਉਹ ਸਿਰਫ ਤੇ ਸਿਰਫ ਇੱਕ ਵਰਕਰਾਂ ਜਿਨ੍ਹਾਂ ਦੇ ਉੱਪਰ ਇਹ ਆਏ ਨੇ ਤਸੀਹੇ ਉਹ ਹੀ ਜਾਣ ਸਕਦੀਆਂ ਨੇ। ਤੇ ਕੈਮਰੇ ਦੇ ਪਿੱਛੇ ਤਾਂ ਗੱਲ ਕੁਛ ਕਹਿਣ ਦੀ ਹੀ ਹੋਰ ਹੋ ਜਾਂਦੀ ਹੈ। ਅਸੀਂ ਜਦੋਂ ਜ਼ੀਰੋ ਗਰਾਊਂਡ ਤੋਂ ਲੈ ਕੇ ਹੇਠਾਂਲੇ ਵਰਗ ਤੋਂ ਲੈ ਕੇ ਜਿਹੜਾ ਕੰਮ ਹੈ ਉਹ ਕਰਦੇ ਹਾਂ, ਉਹਦੇ ਵਿੱਚ ਜੋ ਮੁਸ਼ਕਲਾਂ ਭਰੇ ਹਾਲਾਤ ਸਾਡੇ ਅਸੀਂ ਵਿਚਰਦੇ ਹਾਂ ਉਹਨਾਂ ਦੇ ਵਿੱਚ, ਉਹ ਤਾਂ ਇੱਕ ਲੂਈ ਕੰਡੇ ਖੜੇ ਕਰਨ ਵਾਲੇ ਹਾਲਾਤ ਹੁੰਦੇ ਨੇ। ਇਹ ਤਾਂ ਘਰਾਂ ਦੀ ਗੱਲ ਹੋ ਗਈ ਕਿ ਤੁਸੀਂ ਘਰਾਂ ਦੇ ਵਿੱਚ ਕੀ ਕੁਝ ਸਹਿਣਾ ਪੈਂਦਾ ਔਰਤਾਂ ਨੂੰ, ਹੈ ਨਾ। ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਹੈ ਕਿ ਆਸ਼ਾ ਵਰਕਰ ਐਕਚੁਅਲ 'ਚ ਕੀ ਕੰਮ ਕਰਦੀਆਂ ਨੇ, ਕਿਉਂਕਿ ਅਸੀਂ ਜੀ ਆਸ਼ਾ ਵਰਕਰ ਇੱਕ 1000 ਦੀ ਆਬਾਦੀ ਦੇ ਵਿੱਚ ਆਸ਼ਾ ਵਰਕਰ ਰੱਖੀਆਂ ਹੋਈਆਂ ਨੇ, ਜਿਨ੍ਹਾਂ ਨੇ ਜੱਚਾ ਬੱਚਾ ਦੀ ਮੌਤ ਦਰ ਮੇਨ ਸਰਕਾਰ ਦਾ ਕੰਮ ਹੈ ਕਿ ਜੱਚਾ ਬੱਚਾ ਦੀ ਜਿਹੜੀ ਮੌਤ ਹੈ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਔਰਤਾਂ ਜਾਗਦੀਆਂ ਨਹੀਂ ਹੈਗੀਆਂ ਤੇ ਉਹ ਇਨਡਿਪੈਂਡੈਂਟ ਨਹੀਂ ਹੈਗੀਆਂ। ਇਸ ਕਰਕੇ ਪਿੰਡਾਂ ਦੇ ਵਿੱਚ ਇੱਕ ਆਸ਼ਾ ਵਰਕਰ ਰੱਖੀ ਗਈ ਹੈ ਤਾਂ ਕਿ ਜਿਹੜੀ ਮੌਤ ਦਰ ਹੈ ਉਹ ਘਟਾਈ ਜਾਵੇ ਅਤੇ ਹਰ ਡਿਲੀਵਰੀ ਸਮੇਂ ਜਿਹੜੀ ਉਹਨਾਂ ਨੂੰ ਪੈਨਿਕ ਮਤਲਬ ਕਿ ਇੱਦਾਂ ਦੇ ਦਰਦਨਾਕ ਜਿਹੜੇ ਹਾਦਸੇ ਹੋਣੇ ਸੀ ਉਹ ਆਸ਼ਾ ਵਰਕਰਾਂ ਨੇ ਬਚਾਏ ਨੇ। ਸਿਹਤ ਮਹਿਕਮੇ ਦੇ ਵਿੱਚ ਇੱਕ ਰੀੜ੍ਹ ਦੀ ਹੱਡੀ ਵਜੋਂ ਜਾਣੀ ਜਾਂਦੀ ਆਸ਼ਾ ਵਰਕਰ, ਤੇ ਆਸ਼ਾ ਵਰਕਰ ਦੇ ਉੱਪਰ ਇੱਕ ਫੈਸਿਲੀਟੇਟਰ ਲਗਾਈ ਹੋਈ ਹੈ ਜਿਹੜੀ 25 ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਨਿਗਾਹ ਰੱਖਦੀ ਹੈ ਕਿ ਕਿਤੇ ਕੋਈ ਇਸ ਤਰ੍ਹਾਂ ਦੀ ਔਰਤ ਨਾ ਹੋਵੇ ਜਿਹਦੀ ਘਰ ਪਿਆਂ ਦਰਦ ਦੇ ਨਾਲ ਮੌਤ ਹੋ ਜਾਵੇ। ਆਸ਼ਾ ਵਰਕਰਾਂ ਬਹੁਤ ਜ਼ੀਰੋ ਗਰਾਊਂਡ ਤੋਂ ਹੈਲਥ ਮਹਿਕਮੇ ਦੇ ਵਿੱਚ ਬੜੇ ਕੰਮ ਕਰ ਰਹੀਆਂ ਨੇ। ਤੁਸੀਂ 2008 ਤੋਂ ਕੰਮ ਕਰ ਰਹੇ ਹੋ, ਜੇ ਮੈਂ ਗਲਤ ਨਹੀਂ ਹੈਗੀ ਤਾਂ 2008 ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਸੀਗੇ ਜਦੋਂ ਪਿੰਡਾਂ ਦੇ ਵਿੱਚ ਐਵੇਂ ਦੇ ਕੇਸ ਆਉਂਦੇ ਸੀਗੇ ਕਿ ਡਿਲੀਵਰੀ ਹੋਣੀ ਆ ਤੇ ਫਿਰ ਉੱਥੇ ਮਤਲਬ ਕਿ ਕਿੰਨੀਆਂ ਕੁ ਫੈਸਿਲਿਟੀਜ਼ ਹੁੰਦੀਆਂ ਸੀਗੀਆਂ, ਕਿਉਂਕਿ ਸ਼ਹਿਰਾਂ 'ਚ ਤਾਂ ਚਲੋ ਅਸੀਂ ਮੰਨ ਲਿਆ ਕਿ ਹਸਪੀਟਲ ਨੇੜੇ ਆ, ਡਿਲੀਵਰੀ ਦੇ ਲਈ ਤੁਸੀਂ ਤੁਰੰਤ ਹਸਪੀਟਲ ਪਹੁੰਚ ਸਕਦੇ, ਪਰ ਪਿੰਡਾਂ ਦੇ ਵਿੱਚ ਬੜਾ ਔਖਾ ਹੁੰਦਾ ਸੀ। ਕਿਹੜੇ ਕੇਸ ਤੁਹਾਡੇ ਕੋਲ ਉਸ ਸਮੇਂ ਆਉਂਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਸ਼ਾ ਵਰਕਰਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਫਿਰ ਉਸ ਦੇ ਨਾਲ ਕੀ ਫਰਕ ਪਿਆ? ਦੇਖੋ ਜੀ, ਜਦ ਤੋਂ 2008 ਦੇ ਵਿੱਚ ਸਟਾਰਟਿੰਗ ਹੋਈ ਹੈ ਆਸ਼ਾ ਵਰਕਰ ਦੀ, ਇਹ ਬਹੁਤ ਵੱਡੀ ਸੈਂਟਰ ਦੀ ਸਕੀਮ ਹੈ। ਤੇ ਜਦੋਂ 2008 ਦੇ ਵਿੱਚ ਡਿਲੀਵਰੀ ਕੇਸ ਆਉਂਦੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਲੈ ਕੇ ਜਾਣ ਦੀ ਸਹੂਲਤ ਹੁੰਦੀ ਸੀ ਤੇ ਨਾ ਹੀ ਇੰਨੇ ਹਸਪੀਟਲ ਹੁੰਦੇ ਸੀ ਜਾਂ ਨਾ ਹੀ ਇੰਨੇ ਕੋਈ ਗਾਇਨੀ ਦੇ ਡਾਕਟਰ ਹੁੰਦੇ ਸੀ। ਤੇ ਉਹ ਨਾ ਇੱਕ ਦਾਈਆਂ ਹੁੰਦੀਆਂ ਸੀ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਉਹ ਸਾਨੂੰ ਇਹ ਕਹਿੰਦੇ ਸੀ ਕਿ ਮੈਨੂੰ ਦਾਈ ਤੱਕ ਪਹੁੰਚਾ ਦਿਓ ਜਾਂ ਦਾਈ ਨੂੰ ਕਾਲ ਕਰ ਦਿਓ, ਕਿਉਂਕਿ ਇੰਨਾ ਟੈਕਨੀਕਲ ਨਹੀਂ ਸੀਗਾ, ਡਿਜੀਟਲ ਵੀ ਇੱਕਦਮ ਫੋਨ ਵੀ ਨਹੀਂ ਸੀ ਹੁੰਦੇ। ਤੇ ਆਸ਼ਾ ਵਰਕਰ ਨੇ ਫਟਾਫਟ ਕਿਸੇ ਦਾਈ ਤੱਕ ਪਹੁੰਚਣਾ, ਦਾਈ ਨੂੰ ਉਹਦੇ ਘਰ ਲੈ ਕੇ ਆਉਣਾ ਤਾਂ ਕਿ ਉਸ ਬੱਚੇ ਨੂੰ, ਜੱਚਾ ਨੂੰ ਬਚਾਇਆ ਜਾ ਸਕੇ। ਤੇ ਹੌਲੀ ਹੌਲੀ ਕਰਦੇ ਕਰਦੇ ਜਦੋਂ ਹੁਣ ਅਸੀਂ ਅੱਜ ਦੇ ਜ਼ਮਾਨੇ ਦੀ ਗੱਲ ਕਰ ਲਈਏ ਤੇ ਆਸ਼ਾ ਵਰਕਰਾਂ ਨੇ ਬਹੁਤ ਜ਼ਿਆਦਾ ਸਟਰਗਲ ਕਰਨ ਤੋਂ ਬਾਅਦ ਅੱਜ ਇਸ ਪੋਜੀਸ਼ਨ ਤੇ ਪਹੁੰਚ ਗਈਆਂ ਕਿ ਅੱਜ ਪੂਰਾ ਪੰਜਾਬ ਸਾਡਾ ਜੱਚਾ ਬੱਚਾ ਦੀ ਮੌਤ ਦਰ ਜਿਹੜੀ ਘਟਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਤੇ ਜਿਵੇਂ ਮੇਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਸਾਰੀ ਜੱਚਾ ਬੱਚਾ ਦੀ ਮੌਤ ਦਰ ਹੈ ਜਿਹੜੀ ਪਹਿਲਾਂ ਹੁੰਦੀ ਸੀ ਤੇ ਅੱਜ ਤੁਸੀਂ ਦੇਖੋ ਤੇ ਸਭ ਤੋਂ ਪਹਿਲੇ ਨੰਬਰ ਤੇ ਆ ਅਸੀਂ ਜਿਹੜੀ ਮੌਤ ਦਰ ਦੇ ਵਿੱਚ ਘਾਟਾ ਅਸੀਂ ਕੀਤਾ ਹੈ। ਤੇ ਹੁਣ ਅਸੀਂ ਲਗਾਤਾਰ ਇਸ ਗੱਲ ਦੇ ਪਿੱਛੇ ਪਏ ਹੋਏ ਹਾਂ ਤਾਂ ਕਿ ਹਰ ਡਿਲੀਵਰੀ ਕੇਸ ਸੰਸਥਾ ਦੇ ਵਿੱਚ ਹੋਵੇ। ਉਹਨਾਂ ਨੂੰ ਲਿਜਾਣ ਵਾਸਤੇ ਅਸੀਂ 108 ਦੀ ਮਦਦ ਲੈਂਦੇ ਹਾਂ ਤੇ ਜੇਕਰ ਕਈ ਵਾਰੀ ਕਿਸੇ ਸਥਿਤੀ ਦੇ ਵਿੱਚ ਐਂਬੂਲੈਂਸ ਨਹੀਂ 108 ਪਹੁੰਚ ਸਕਦੀ ਸਾਡੇ ਤੱਕ ਤਾਂ ਆਸ਼ਾ ਵਰਕਰਾਂ ਆਪਣੇ ਵਹੀਕਲ ਜਿਹੜਾ ਕੋਈ ਸਾਧਨ ਹੈ, ਭਾਵੇਂ ਸਕੂਟੀ ਤੇ ਪਹੁੰਚਾ ਦੇਣ, ਭਾਵੇਂ ਕੋਈ ਪਿੰਡ ਚੋਂ ਕਿਸੇ ਦੀ ਗੱਡੀ ਲੈ ਕੇ ਉਸ ਜਿਹੜਾ ਕੋਈ ਡਿਲੀਵਰੀ ਕੇਸ ਹੈ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਉਣਾ ਹੀ ਪਹੁੰਚਾਉਣਾ ਹੈ। ਕੋਸ਼ਿਸ਼ ਕਰੀ ਦੀ ਵੀ ਸੰਸਥਾ ਦੇ ਵਿੱਚ ਪਹੁੰਚੇ ਤੇ ਡਿਲੀਵਰੀ ਹੋਵੇ ਤੇ ਕਰਾਈ ਦੀ ਵੀ ਹੈ। ਤੁਸੀਂ ਇਹ ਕੰਮ ਕਰ ਰਹੇ ਸੀ, ਮੈਨੂੰ ਯਾਦ ਹੈ ਕਿ ਜਦੋਂ ਕੋਵਿਡ ਦਾ ਦੌਰ ਆਇਆ ਉਸ ਸਮੇਂ ਲਗਭਗ ਹਰ ਇੱਕ ਚੀਜ਼ ਬੰਦ ਹੋ ਗਈ ਸੀਗੀ। ਲੋਕਡਾਊਨ ਤਾਂ ਲੱਗਿਆ ਹੀ ਲੱਗਿਆ ਪਰ ਲੋਕਾਂ ਦਾ ਘਰਾਂ ਤੋਂ ਨਿਕਲਣਾ ਬੰਦ ਹੋ ਗਿਆ ਸੀ। ਪਰ ਸਰਕਾਰ ਨੇ ਸਾਰੀ ਜ਼ਿੰਮੇਵਾਰੀ, ਜਿੱਥੇ ਡਾਕਟਰ ਹਸਪੀਟਲਸ ਦੇ ਵਿੱਚ ਸੀਗੇ ਉੱਥੇ ਸਰਕਾਰ ਨੇ ਜ਼ਿੰਮੇਵਾਰੀ ਆਸ਼ਾ ਵਰਕਰਾਂ ਦੇ ਉੱਤੇ ਵੀ ਪਾਈ ਸੀਗੀ ਕਿ ਆਸ਼ਾ ਵਰਕਰ ਜਿਹੜੀਆਂ ਨੇ ਉਹ ਘਰ ਘਰ ਜਾਣਗੀਆਂ ਤੇ ਉਸ ਜਾ ਕੇ ਜਿਹੜੀ ਪੀਪੀ ਕਿੱਟ ਵੰਡਣੀ ਹੁੰਦੀ ਸੀ ਜਾਂ ਫਿਰ ਹੋਰ ਕੁਝ ਦੇਣਾ ਹੁੰਦਾ ਸੀ ਉਹ ਸਾਰਾ ਕੁਝ ਆਸ਼ਾ ਵਰਕਰਾਂ ਤੇ ਸੁੱਟ ਦਿੱਤਾ ਸੀ। ਪਰ ਉਸ ਤੋਂ ਬਾਅਦ ਫਿਰ ਜਦੋਂ ਸਨਮਾਨਿਤ ਕੀਤਾ ਗਿਆ ਤਾਂ ਉਹ ਆਸ਼ਾ ਵਰਕਰਾਂ ਨੂੰ ਨਹੀਂ ਕੀਤਾ ਗਿਆ, ਹੈ ਨਾ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਆਸ਼ਾ ਵਰਕਰ ਉਸ ਸਮੇਂ ਫਰੰਟ ਲਾਈਨ ਤੇ ਆ ਕੇ ਕੰਮ ਕਰਕੇ ਗਏ ਨੇ ਕੋਵਿਡ ਦੇ ਦੌਰ ਦੇ ਵਿੱਚ। ਤੁਸੀਂ ਜ਼ਰੂਰ ਆਪਣੇ ਪਿੰਡਾਂ, ਆਪਣੇ ਘਰਾਂ ਦੇ ਵਿੱਚ ਸੁਣਿਆ ਹੋਏਗਾ ਕਿ ਆਸ਼ਾ ਵਰਕਰ ਜਿਹੜੇ ਨੇ ਉਹ ਸਮਾਨ ਵੰਡ ਰਹੇ ਨੇ, ਕਿੱਟਾਂ ਵੰਡ ਰਹੇ ਨੇ, ਫਤਿਹ ਕਿੱਟ, ਕਿਉਂਕਿ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਸਨ ਮੁੱਖ ਮੰਤਰੀ ਤਾਂ ਉਹਨਾਂ ਨੇ ਮਿਸ਼ਨ ਫਤਿਹ ਚਲਾਇਆ ਸੀਗਾ। ਉਸ ਮਿਸ਼ਨ ਫਤਿਹ ਦੇ ਵਿੱਚ ਆਸ਼ਾ ਵਰਕਰਸ ਦਾ ਬਹੁਤ ਵੱਡਾ
ਯੋਗਦਾਨ ਰਿਹਾ, ਘਰ ਘਰ ਦੇ ਵਿੱਚ ਕਿੱਟ ਪਹੁੰਚਾਈ, ਉਸ ਸਮੇਂ ਦਾ ਜਿਹੜਾ ਪੂਰਾ ਤੁਹਾਡਾ ਸਟਰਗਲ ਸੀਗਾ ਉਹ ਕਿਸ ਤਰੀਕੇ ਦਾ ਸੀ? ਦੇਖੋ ਜੀ, ਜਦੋਂ ਕੋਵਿਡ ਆਇਆ, ਇੱਕ ਇਸ ਤਰ੍ਹਾਂ ਦਾ ਖਤਰਨਾਕ ਜਿਹੜਾ ਲੱਗਦਾ ਸੀ ਕਿ ਬਹੁਤ ਵੱਡੀ ਮਹਾਮਾਰੀ ਹੈ ਜਿਹੜੀ, ਜਿਹਦੇ ਨਾਲ ਜੂਝਣ ਲਈ ਸਿਰਫ ਤੇ ਸਿਰਫ ਇੱਕ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਨੂੰ ਜ਼ੀਰੋ ਗਰਾਊਂਡ ਦੇ ਵਿੱਚ ਉਤਾਰਿਆ ਗਿਆ ਸੀ। ਭਾਵੇਂ ਕਿ ਹੈਲਥ ਮਹਿਕਮੇ ਨੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ, ਬਟ ਜ਼ੀਰੋ ਗਰਾਊਂਡ ਦੇ ਵਿੱਚ ਆਸ਼ਾ ਵਰਕਰ ਹੀ ਸੀ। ਜਿਵੇਂ ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਫਤਿਹ ਕਰਕੇ ਸਾਡੀ ਸਰਕਾਰ ਦੀ ਝੋਲੀ ਦੇ ਵਿੱਚ ਪਾਉਣਾ, ਤੇ ਅਸੀਂ ਕੀਤਾ ਉਸ ਕੰਮ ਨੂੰ, ਮਿਸ਼ਨ ਫਤਿਹ ਕੀਤਾ। ਉਹ ਫਤਿਹ ਕਿਵੇਂ ਹੋਇਆ? ਫਤਿਹ ਕਰਨਾ ਕਹਿਣਾ ਤੇ ਕਰਨੇ ਦੇ ਵਿੱਚ ਬਹੁਤ ਫਰਕ ਹੁੰਦਾ। ਜਦੋਂ ਅਸੀਂ ਜ਼ੀਰੋ ਗਰਾਊਂਡ ਦੇ ਵਿੱਚ ਸਾਨੂੰ ਉਤਾਰਿਆ ਗਿਆ ਤਾਂ ਸਾਨੂੰ ਕੋਈ ਸੇਫਟੀ ਕਿੱਟ ਨਹੀਂ ਸੀ, ਸਾਡੇ ਕੋਲ ਗਲਵਜ਼ ਨਹੀਂ ਸੀਗੇ, ਸਾਡੇ ਕੋਲ ਕੋਈ ਗਲਵਜ਼ ਨਹੀਂ ਸੀ, ਸਾਡੇ ਕੋਲ ਕੋਈ ਸੈਨੀਟਾਈਜ਼ ਨਹੀਂ ਸੀ, ਕੁਝ ਵੀ। ਅਸੀਂ ਜਿਵੇਂ ਕਹਿ ਲਈਏ ਬਿਨਾਂ ਹਥਿਆਰਾਂ ਤੋਂ ਸਾਨੂੰ ਹੇਠਾਂ ਉਤਾਰਿਆ ਗਿਆ ਸੀ, ਤੇ ਅਸੀਂ ਇੱਕ ਛੋਟੀ ਜਿਹੀ ਸਟਿੱਕ ਚੱਕੀ, ਇੱਕ ਛੋਟੀ ਜਿਹੀ ਸੋਟੀ ਦੇ ਨਾਲ ਅਸੀਂ ਘਰ ਘਰ ਦਰਵਾਜ਼ਾ ਖੜਕਾਉਣਾ, ਤੇ ਉਹ ਦਰਵਾਜ਼ਾ ਖੜਕਾ ਕੇ ਅਸੀਂ ਦੇਖਣਾ, ਸ਼ੱਕੀ ਮਰੀਜ਼ ਲੱਭ ਕੇ ਲੈ ਕੇ ਆਉਣੇ, ਕਿਸੇ ਨੂੰ ਖੰਘ ਹੈ, ਜ਼ੁਕਾਮ ਹੈ। ਪਰ ਉਹ ਜਦੋਂ ਅਸੀਂ ਦਰਵਾਜ਼ਾ ਖੜਕਾਉਂਦੇ ਸੀ ਤਾਂ ਉਹ ਬਿਮਾਰੀ ਸਾਡੇ ਘਰ ਵੀ ਕਿਤੇ ਨਾ ਕਿਤੇ ਜਾਂਦੀ ਸੀ। ਤੇ ਲੋਕ ਕਿਵੇਂ ਤੁਹਾਨੂੰ ਦਰਵਾਜ਼ਾ ਖੋਲ੍ਹਦੇ ਸੀਗੇ? ਕਿਉਂਕਿ ਉਸ ਟਾਈਮ ਇੱਕ ਖੌਫ ਵੀ ਸੀਗਾ ਨਾ, ਡਰ ਸਹਿਮ ਜਿਹੜਾ ਉਹ ਪੈਦਾ ਕਰ ਦਿੱਤਾ ਗਿਆ ਸੀਗਾ ਕਿ ਜੇ ਕੋਈ ਬਾਹਰਲਾ ਬੰਦਾ ਆਇਆ ਤਾਂ ਪਤਾ ਨਹੀਂ ਕੀ ਹੋ ਜਾਊਗਾ, ਹੈ ਨਾ। ਤਾਂ ਜਦੋਂ ਤੁਸੀਂ ਘਰ ਘਰ ਦਰਵਾਜ਼ਾ ਖੜਕਾਉਂਦੇ ਸੀ, ਫਤਿਹ ਕਿੱਟਾਂ ਵੰਡਦੇ ਸੀ, ਉਸ ਸਮੇਂ ਲੋਕ ਤੁਹਾਨੂੰ ਕੀ ਕਹਿੰਦੇ ਸੀ? ਕਿਉਂਕਿ ਲੋਕ ਉਹਨਾਂ ਦਿਨਾਂ ਦੇ ਵਿੱਚ ਪੂਰਾ ਬੰਦ ਕਰਕੇ ਕਮਰੇ ਆਪਣੇ ਬੈਠਦੇ ਸੀਗੇ, ਬੈਠੇ ਹੋਏ ਸੀਗੇ ਸਾਰੇ, ਤੇ ਜਦੋਂ ਦਰਵਾਜ਼ਾ ਖੋਲ੍ਹਦੇ ਸੀ, ਕਈ ਤਾਂ ਖੋਲ੍ਹਣਾ ਵੀ ਨਹੀਂ ਸੀ ਚਾਹੁੰਦੇ, ਕਈ ਤਾਂ ਇਹ ਚਾਹੁੰਦੇ ਸੀ ਕਿ ਬਾਹਰੋਂ ਹੀ ਵਾਪਸ ਮੁੜ ਜਾਣ, ਕਿਉਂਕਿ ਇਹ ਬਿਮਾਰੀ ਲੈ ਕੇ ਆਈਆਂ ਨੇ, ਇਹ ਘਰ ਘਰ ਜਾਂਦੀਆਂ ਨੇ, ਇਹ ਖੁਦ ਬਿਨਾਂ ਦਸਤਾਨੇ ਤੋਂ ਹੈ, ਇਹ ਖੁਦ ਆਪ ਕੋਈ ਸੇਫਟੀ ਕਿੱਟ ਦੇ ਵਿੱਚ ਨਹੀਂ ਹੈਗੀਆਂ, ਹੋ ਸਕਦਾ ਇਹ ਬਿਮਾਰੀ ਲੈ ਕੇ ਸਾਡੇ ਘਰ ਦੇ ਵਿੱਚ ਨਾ ਕਿਤੇ ਛੱਡ ਦੇਣ। ਇਸ ਕਰਕੇ ਉਹ ਬਾਹਰੋਂ ਹੀ ਗੱਲ ਕਰਦੇ ਸੀ ਕਿ ਅਸੀਂ ਠੀਕ ਹਾਂ, ਸਾਡੇ ਕੋਈ ਐਦਾਂ ਨਹੀਂ। ਅਸੀਂ ਹਿਸਟਰੀ ਲੈਣਾ ਚਾਹੁੰਦੇ ਹੁੰਦੇ ਸੀ ਕਿ ਪਰਿਵਾਰ ਦੇ ਵਿੱਚੋਂ ਕੋਈ ਸ਼ੱਕੀ ਮਰੀਜ਼ ਹੈ ਜਿਹੜਾ, ਉਹ ਨਾ ਘਰ ਦੇ ਵਿੱਚ ਹੋਵੇ, ਕਿਉਂਕਿ ਉਸ ਦੇ ਨਾਲ ਜਿਹੜਾ ਕਾਫੀ ਮੁਸ਼ਕਲਾਂ ਅੱਗੇ ਵਧਦੀਆਂ ਸੀ, ਤੇ ਜਿਹਦੇ ਕਰਕੇ ਉਹ ਲੋਕ ਡਰਦੇ ਵੀ ਸੀ ਤੇ ਸਾਨੂੰ ਜਾਣਕਾਰੀ ਪੂਰੀ ਦਿੰਦੇ ਵੀ ਸੀ। ਭਾਵੇਂ ਉਹ ਕਿਸੇ ਤਰੀਕੇ ਨਾਲ ਕਿਸੇ ਰੌਸ਼ਨਦਾਨ ਦੇ ਵਿੱਚ ਨੂੰ ਥੋੜ੍ਹੀ ਜਿਹੀ ਉਹਦੇ ਵਿੱਚ ਨੂੰ ਉਹ ਗੱਲ ਕਰਦੇ ਸੀ, ਬਟ ਬਹੁਤ ਸਾਨੂੰ ਮੁਸ਼ਕਲਾਂ ਉਹਨਾਂ ਦਿਨਾਂ 'ਚ ਆਈਆਂ ਨੇ, ਕਿਉਂਕਿ ਲੋਕ ਨਿਕਲਦੇ ਨਹੀਂ ਸੀ ਹੁੰਦੇ, ਤੇ ਬਾਹਰ ਗੇਟ ਦੇ ਅੱਗੇ ਕੁੱਤੇ ਹੋਣੇ, ਤਾਂ ਬਹੁਤ ਸਾਰੀਆਂ ਵਰਕਰਾਂ ਤਾਂ ਸਾਡੀਆਂ ਉਹਨਾਂ ਦਿਨਾਂ ਦੇ ਵਿੱਚ ਕੁੱਤਿਆਂ ਦੀਆਂ ਵੀ ਸ਼ਿਕਾਰ ਹੋਈਆਂ ਨੇ। ਤੇ ਜਦੋਂ ਉਹ ਇੰਨੇ ਦਰਦਨਾਕ ਕੁੱਤਿਆਂ ਨੇ ਕਈਆਂ ਦੇ, ਮੇਰੇ ਵਰਕਰਾਂ ਦੇ ਕੱਪੜੇ ਵੀ ਨੋਚੇ ਨੇ, ਇੱਥੇ ਤੱਕ ਕਿ ਮਾਸ ਵੀ ਨੋਚਿਆ, ਤੇ ਕਈ ਜਗ੍ਹਾ ਦੇ ਵਿੱਚ ਜਿਹੜੇ ਬੰਦਿਆਂ ਨੇ ਆਸ਼ਾ ਵਰਕਰਾਂ ਨੂੰ ਘੇਰਿਆ ਵੀ ਆ, ਤੇ ਗਾਲੀ ਗਲੋਚ ਵੀ ਕੀਤੀ ਆ, ਤੇ ਬਹੁਤ ਜ਼ਿਆਦਾ ਬੁਰੀਆਂ ਭਲੀਆਂ ਗੱਲਾਂ ਵੀ ਕਹੀਆਂ। ਇਹ ਵੀ ਕਿਹਾ ਕਿ ਤੁਸੀਂ ਸਰਕਾਰੀ ਏਜੰਟ ਹੋ, ਤੁਸੀਂ ਸਰਕਾਰ ਦੇ ਏਜੰਟ ਹੈ, ਤੁਸੀਂ ਸਰਕਾਰ ਨਾਲ ਮਿਲੇ ਹੋਏ ਹੋ। ਸਾਨੂੰ ਇਲਜ਼ਾਮ ਵੀ ਲਾਇਆ ਗਿਆ ਕਿ ਤੁਹਾਨੂੰ ਇੱਕ ਮਰੀਜ਼ ਦਾ 50,000 ਰੁਪਈਆ ਮਿਲਦਾ, ਇਸ ਗੱਲ ਕਰਕੇ ਤੁਸੀਂ ਜਿਹੜਾ ਲੋਕਾਂ ਨੂੰ ਲੱਭਦੇ ਫਿਰਦੇ ਹੋ, ਤੁਸੀਂ ਆਪਣੇ 50,000 ਪਿੱਛੇ ਘਰ ਘਰ ਆ ਕੇ ਲੋਕਾਂ ਨੂੰ ਲੱਭਦੇ ਹੋ। ਬਟ ਇਹ ਸਰਾਸਰ ਸਾਡੇ ਤੇ ਇਲਜ਼ਾਮ ਸੀਗੇ, ਕਿਸੇ ਮੀਡੀਆ ਵੱਲੋਂ ਵੀ ਸਾਡੇ ਤੇ ਲਵਾਏ ਗਏ ਸੀਗੇ, ਬਹੁਤ ਸਾਰਾ ਕੁਝ ਹੋਇਆ ਸਾਡੇ ਨਾਲ ਇਦਾਂ ਦੇ ਹਾਦਸੇ। ਤੇ ਪਰ ਸਰਕਾਰ ਨੇ ਸਾਡੀ ਉਹਨਾਂ ਦਿਨਾਂ ਦੇ ਵਿੱਚ ਕੋਈ ਜਿਹੜੀ ਮਾਣ ਬਣਦਾ ਮਾਣ ਸਨਮਾਨ ਸੀ ਉਹ ਨਹੀਂ ਸੀ ਸਾਨੂੰ ਦਿੱਤਾ। ਤੁਹਾਡੇ ਤੇ ਇਲਜ਼ਾਮ ਲੱਗੇ ਕਿ ਤੁਸੀਂ ਇੰਨੇ ਪੈਸੇ ਲੈ ਰਹੇ ਹੋ, ਹੈ ਨਾ। ਤੁਸੀਂ ਹੁਣ ਸੱਚਾਈ ਦੱਸੋ ਵੀ ਕਿੰਨੇ ਪੈਸੇ ਤੁਹਾਨੂੰ ਉਦੋਂ ਮਿਲਦੇ ਸੀ? ਮਹੀਨੇ ਦੀ ਕਿੰਨੀ ਤਨਖਾਹ ਸੀ, ਜਾਂ ਫਿਰ ਤੁਸੀਂ ਕਿਉਂਕਿ ਦਿਨ ਰਾਤ ਕੰਮ ਕਰਦੇ ਸੀ, ਸਵੇਰ ਤੋਂ ਘਰੋਂ ਨਿਕਲ ਜਾਣਾ ਤੇ ਸ਼ਾਮ ਨੂੰ ਵਾਪਸ ਘਰੇ ਮੁੜਨਾ, ਤੇ ਨਾਲ ਦੀ ਨਾਲ ਇੱਕ ਰਿਸਕ ਵੀ ਲੈ ਕੇ ਚੱਲਣਾ, ਜ਼ਿੰਦਗੀ ਦਾ ਰਿਸਕ, ਹੈ ਨਾ, ਵੀ ਬਿਮਾਰੀ ਨਾ ਕਿਤੇ ਲੱਗ ਜਾਓ, ਕਿਉਂਕਿ ਉਦੋਂ ਜਾਨਾਂ ਬਹੁਤ ਗਈਆਂ ਨੇ। ਉਸ ਸਮੇਂ ਫਿਰ ਸਰਕਾਰ ਤੁਹਾਨੂੰ ਕਿੰਨੇ ਪੈਸੇ ਦਿੰਦੀ ਸੀ? ਦੇਖੋ ਜੀ, ਜਦੋਂ ਇਹ ਕੋਵਿਡ ਸਟਾਰਟ ਹੋਇਆ 18 ਮਾਰਚ 2020 ਦੇ ਵਿੱਚ, ਅਸੀਂ ਬਿਲਕੁਲ ਫ੍ਰੀ ਕੰਮ ਕੀਤਾ, ਫ੍ਰੀ ਸੇਵਾ ਕੀਤੀ ਹੈ, ਲੋਕਾਂ ਦੀ ਜਾਨ ਬਚਾਈ ਹੈ। ਲੋਕਾਂ ਦੀ ਜਾਨ ਬਚਾਉਣ ਦੇ ਲਈ ਅਸੀਂ ਬਿਲਕੁਲ ਕੋਈ ਜ਼ੀਰੋ ਵੀ ਸਾਨੂੰ ਪੈਸਾ ਨਹੀਂ ਸੀਗਾ, ਅਸੀਂ ਬਿਲਕੁਲ ਫ੍ਰੀ ਕੰਮ ਕਰਦੇ ਰਹੇ। ਜਦੋਂ ਸਾਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਇੱਦਾਂ ਹੀ ਫ੍ਰੀ ਕੰਮ ਕਰਦਿਆਂ, ਤਾਂ ਸਾਡੇ ਮਨ ਦੇ ਵਿੱਚ ਆਇਆ ਕਿ ਅਸੀਂ ਆਪਣੇ ਵੀ ਤਾਂ ਪਰਿਵਾਰ ਬਿਮਾਰ ਕਰ ਲਏ, ਅਸੀਂ ਬਿਮਾਰੀ ਲੈ ਕੇ ਆ ਰਹੇ ਹਾਂ। ਕਿਉਂਕਿ ਸਾਨੂੰ ਤਾਂ ਇਹ ਕਿਹਾ ਜਾਂਦਾ ਸੀ ਕਿ ਆਪਣੀ ਡਰੈਸ ਵੀ ਬਾਹਰ ਗੇਟ 'ਤੇ ਹੀ, ਜਿਹੜਾ ਵਾਸ਼ਰੂਮ ਦੇ ਅੰਦਰ ਤੁਹਾਡੇ ਕੱਪੜੇ ਟੰਗੇ ਨੇ, ਇੱਥੇ ਹੀ ਆਪਣਾ ਚੇਂਜ ਕਰ ਦਿਓ ਸਾਰਾ ਕੁਛ। ਅਸੀਂ ਜਦੋਂ ਅੰਦਰ ਪਰਿਵਾਰ ਦੇ ਵਿੱਚ ਆਉਣਾ ਤੇ ਅਸੀਂ ਬੈਠ ਕੇ ਸੋਚਣਾ, ਇੰਨੀ ਅਸੀਂ ਮਿਹਨਤ ਕਰ ਰਹੇ ਹਾਂ ਤੇ ਸਰਕਾਰ ਸਾਨੂੰ ਦੇ ਕੀ ਰਹੀ ਹੈ? ਕੁਛ ਵੀ ਨਹੀਂ। ਤੇ ਉਸ ਤੋਂ ਬਾਅਦ ਮੈਂ ਬੈਠੀ ਨੇ ਇੱਕ ਐਵੇਂ ਸੋਚਿਆ ਕਿ ਸਾਨੂੰ ਵੀ ਇਹਦਾ ਜਿਹੜਾ ਰਾਈਟ ਹੈ ਸਾਡਾ ਬਣਦਾ ਉਹ ਦਿੱਤਾ ਜਾਵੇ। ਉਸ ਤੋਂ ਬਾਅਦ ਮੈਂ ਲਗਾਤਾਰ ਮੇਲਾਂ ਕੀਤੀਆਂ, ਬੈਠ ਕੇ ਸੰਘਰਸ਼ ਕੀਤਾ। ਜ਼ਰੂਰੀ ਨਹੀਂ ਕਿ ਅਸੀਂ ਧਰਨੇ ਵਿਚਾਰੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ 5 ਮੈਂਬਰਾਂ ਤੋਂ ਵੱਧ ਕਿਤੇ ਇਕੱਠੇ ਨਹੀਂ ਸੀ ਹੋ ਸਕਦੇ। ਇਸ ਤੋਂ ਬਾਅਦ ਮੈਂ ਲਗਾਤਾਰ ਸਰਕਾਰਾਂ ਨੂੰ ਮੇਲਾਂ ਕਰਦੀ ਰਹੀ। ਮੈਂ ਆਪਣੇ ਹੈਲਥ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਲਗਾਤਾਰ ਮੇਲ ਕਰਦੀ ਰਹੀ ਕਿ ਜੇਕਰ ਸਾਨੂੰ ਸਾਡਾ ਬਣਦਾ ਰਾਈਟ ਨਾ ਦਿੱਤਾ ਗਿਆ, ਕੋਵਿਡ ਦਾ ਕੋਈ ਵੀ ਸਾਡਾ ਜੇ ਕੋਈ ਵਰਕਰ ਬਿਮਾਰ ਹੋ ਜਾਂਦੀ ਹੈ ਉਹਦੇ ਲਈ ਕੋਈ ਸੇਫਟੀ ਨਹੀਂ ਸਾਡੀ, ਜਾਂ ਕੋਈ ਸਾਨੂੰ ਇੰਸ਼ੋਰੈਂਸ ਨਹੀਂ ਦਿੱਤਾ ਜਾਂਦਾ, ਜਾਂ ਕੋਈ ਸਾਨੂੰ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ, ਜੇਕਰ ਨਹੀਂ ਦਿੱਤਾ ਜਾਊਗਾ ਤਾਂ ਅਸੀਂ
ਅਸੀਂ ਜਿਹੜਾ ਇਸ ਕੰਮ ਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਜਾ ਕੇ ਰੋਕ ਪਾਵਾਂਗੇ। ਤੇ ਉਸ ਤੋਂ ਬਾਅਦ ਸੈਂਟਰ ਸਰਕਾਰ ਤੱਕ ਵੀ ਅਸੀਂ ਆਪਣੀਆਂ ਮੇਲਾਂ ਭੇਜਦੇ ਰਹੇ ਤਾਂ ਸੈਂਟਰ ਨੇ ਕੀ ਕੀਤਾ ਤੇ ਪੰਜਾਬ ਨੇ ਮਿਲ ਕੇ ਆਪਸ ਦੇ ਵਿੱਚ ਸਾਨੂੰ 2500 ਰੁਪਇਆ ਇਨਸੈਂਟਿਵ, ਇਹ ਕੋਈ ਮਹੀਨੇ ਦਾ ਨਹੀਂ ਸੀ, ਇਨਸੈਂਟਿਵ ਸੀ, ਇਨਸੈਂਟਿਵ ਦਿੱਤਾ। ਤੇ ਜੇ ਕੋਈ ਪੀੜਤ ਹੁੰਦੀ ਸੀ ਵਰਕਰ ਤਾਂ ਉਹਦੇ ਲਈ ਅਸੀਂ 10,000 ਰੁਪਈਆ, ਜਿਹੜੀਆਂ ਮੇਰੀਆਂ ਵਰਕਰਾਂ ਕੋਵਿਡ ਨਾਲ ਪੀੜਤ ਹੋਈਆਂ ਨੇ ਉਹਨਾਂ ਨੂੰ 10,000 ਰੁਪਈਆ ਦੇਣ ਦੀ ਜਿਹੜੀ ਇੱਕ ਸਾਨੂੰ ਲੈਟਰ ਆਈ। ਤੇ ਉਸ ਤੋਂ ਬਾਅਦ ਅਸੀਂ ਇਸ ਤੇ ਹੀ ਇਹ 2500 ਰੁਪਈਆ ਸਾਨੂੰ 31 ਰੁਪਈਏ ਰੋਜ਼ ਪਰ ਡੇ ਦੇ ਬਣਦੇ ਸੀ। 2500 ਰੁਪਈਆ ਪਰ ਡੇ ਦਾ ਸਾਨੂੰ 31 ਰੁਪਈਏ ਦੇ ਨਾਲ ਜਿਹੜਾ ਪਰ ਡੇ ਕੰਮ ਕਰਵਾਇਆ ਜਾ ਰਿਹਾ ਸੀ। ਜਿਹੜੇ ਇਲਜ਼ਾਮ ਸੀ 50-50 ਹਜ਼ਾਰ ਦੇ, ਅਸੀਂ ਰੋਜ਼ ਦਾ ਜਦੋਂ ਅਸੀਂ ਦੇਖਦੇ ਸੀ ਕਿ 31 ਰੁਪਈਏ ਦੇ ਨਾਲ ਅਸੀਂ ਇੰਨਾ ਜਿਹੜਾ ਕੰਮ ਹੈ, ਵਰਕ ਹੈ ਜਿਹੜਾ ਉਹ ਕਰਦੇ ਸੀ ਤੇ ਸਾਨੂੰ ਬਹੁਤ ਦੁੱਖ ਹੋ ਰਿਹਾ ਸੀ ਇਸ ਗੱਲ ਦਾ। ਪਰ ਹੁਣ ਕਿੰਨੀ ਸੈਲਰੀ ਹੈ ਹਨਾ, ਹੁਣ ਕਿੰਨੀ ਸੈਲਰੀ ਮਿਲ ਰਹੀ ਹੈ? ਪਰ ਸਾਡਾ ਜਿਹੜਾ ਕੋਵਿਡ ਨੇ ਇੱਕ ਪਹਿਚਾਣ ਬਣਾਈ, ਸਾਡਾ ਮਾਣ ਵਧਾਇਆ। ਜਦੋਂ ਕੋਵਿਡ ਖਤਮ ਹੋ ਗਿਆ, ਕੋਵਿਡ-19 ਖਤਮ ਹੋਇਆ, ਉਸ ਤੋਂ ਬਾਅਦ ਸਾਡੀ ਇੱਕ ਨਿਖਰ ਕੇ ਪਹਿਚਾਣ ਸਾਹਮਣੇ ਆਈ ਕਿ ਜ਼ੀਰੋ ਗਰਾਊਂਡ ਦੇ ਵਿੱਚ ਕੰਮ ਕਰਨ ਵਾਲੀਆਂ ਸਿਰਫ ਤੇ ਸਿਰਫ ਇੱਕ ਉਹ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰਾਂ ਨੇ, ਜਿਨ੍ਹਾਂ ਨੇ ਬਹੁਤ ਹੀ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ, ਲੱਖਾਂ ਲੋਕਾਂ ਦੀਆਂ ਜਾਨਾਂ ਬਚਾ ਕੇ ਉਹਨਾਂ ਨੂੰ ਜਾਗਰੂਕ ਕੀਤਾ, ਉਹਨਾਂ ਨੂੰ ਦੱਸਿਆ ਵੀ ਕਿਵੇਂ ਜਿਹੜੇ ਹੱਥ ਸੈਨੀਟਾਈਜ਼ ਕਰਨੇ ਨੇ, ਹੱਥ ਧੋਣ ਦੇ ਸਟੈਪ ਦੱਸੇ ਕਿ ਕਿੱਦਾਂ ਜਿਹੜੇ 7-8 ਸਟੈਪ ਨੇ ਹੱਥ ਧੋਣ ਦੇ, ਵੀ ਕਿੱਦਾਂ ਹੱਥ ਸਾਫ਼ ਕਰਨੇ ਨੇ, ਕਿੰਨੀ ਡਿਸਟੈਂਸ ਬਣਾ ਕੇ ਰੱਖਣੀ ਹੈ, ਮਾਸਕ ਰੱਖਣਾ ਤੇ ਭੀੜ ਹੈ ਜਿਹੜੀ ਉਹ ਜਗ੍ਹਾ ਦੇ ਵਿੱਚ ਨਹੀਂ ਕਿਤੇ ਇਕੱਠੀ ਕਰਨੀ। ਇੱਥੇ ਤੱਕ ਕਿ ਲੋਕ ਸਾਡੇ ਕੋਲੋਂ ਵਿਆਹ ਭੋਗ ਉਹ ਵੀ ਡਰ ਕੇ ਕਰਦੇ ਸੀ। ਉਹ ਕਹਿੰਦੇ ਸੀ ਪਿੰਡ ਦੇ ਵਿੱਚ ਇੱਕ ਸਰਕਾਰੀ ਏਜੰਟ ਬੈਠਿਆ, ਕਿਤੇ ਜੇ ਕੋਈ ਭੋਗ ਅੰਦਰੋਂ ਗਤੀ ਕਰਦਾ ਜਾਂ ਕੋਈ ਡੈਥ ਹੁੰਦੀ ਹੈ, ਕਿਤੇ ਇਹ ਆਸ਼ਾ ਵਰਕਰ ਜਿਹੜੀ ਸਰਕਾਰ ਤੱਕ ਨਾ ਪਹੁੰਚਾ ਦੇਵੇ ਵੀ ਉਹਨਾਂ ਦੇ ਘਰ ਇਕੱਠ ਹੋਇਆ। ਜਦ ਕਿ ਇਹ ਨਹੀਂ ਸੀ। ਅਸੀਂ ਆਮ ਜਿੱਥੇ ਰਹਿੰਦੇ ਹਾਂ ਅਸੀਂ ਉਹਨਾਂ ਦੇ ਹਾਂ, ਅਸੀਂ ਸਰਕਾਰ ਦੇ ਨਹੀਂ ਹੈਗੇ। ਇਹ ਮੈਂ ਤੁਹਾਡੇ ਚੈਨਲ ਜ਼ਰੀਏ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਜਿਹੜੇ ਇਹ ਇਲਜ਼ਾਮ ਨੇ ਕੋਵਿਡ 'ਚ ਲੱਗੇ, ਬਟ ਜਦੋਂ ਸਾਡੀ ਪਹਿਚਾਣ ਬਣੀ, ਨਿਖਰ ਕੇ ਸਾਹਮਣੇ ਆਏ, ਤਾਂ ਸਾਡੀ ਇੱਕ ਪਹਿਚਾਣ ਬਣੀ ਕਿ ਆਸ਼ਾ ਵਰਕਰ ਹੀ ਉਹ ਨੇ ਜਿਨ੍ਹਾਂ ਦੀ ਬਦੌਲਤ ਲੱਖਾਂ ਜਾਨਾਂ ਜਿਹੜੀਆਂ ਉਹ ਬਚਾਈਆਂ ਗਈਆਂ ਨੇ। ਕੋਵਿਡ ਤੋਂ ਬਾਅਦ ਹੁਣ ਲੱਗਦਾ ਵੀ ਉਹ ਪਹਿਚਾਣ ਉਸੇ ਤਰੀਕੇ ਬਰਕਰਾਰ ਹੈ, ਹੁਣ ਸਰਕਾਰ ਵੀ ਜਾਂ ਫਿਰ ਆਮ ਲੋਕ ਵੀ ਉਹੀ ਪਹਿਚਾਣ ਤੁਹਾਡੀ ਨੂੰ ਉਸੇ ਤਰੀਕੇ ਅੱਗੇ ਕੰਟੀਨਿਊ ਰੱਖ ਰਹੇ ਨੇ? ਦੇਖੋ ਜੀ, ਸਾਨੂੰ ਜਿਹੜਾ ਹੈਲਥ ਗਲੋਬਲ ਅਵਾਰਡ, ਲੀਡਰ ਗਲੋਬਲ ਅਵਾਰਡ ਦੇ ਨਾਲ ਨਿਵਾਜਿਆ ਗਿਆ ਆਲ ਇੰਡੀਆ ਦੇ ਵੱਲੋਂ, HW ਵੱਲੋਂ। ਪਰ ਜਿਹੜੀ ਪਹਿਚਾਣ ਸਾਨੂੰ ਮਿਲਣੀ ਸੀ, ਜਿਹੜੀ ਸਾਨੂੰ ਮਾਣ ਮਿਲਣਾ ਸੀ, ਸਾਨੂੰ ਬੈਠਿਆਂ ਬਿਠਾਇਆਂ ਨੂੰ ਉਹ 2500 ਰੁਪਈਆ ਹੀ ਫਿਕਸ ਕਰ ਦੇਣਾ ਚਾਹੀਦਾ ਸੀ ਸਰਕਾਰ ਨੂੰ। ਸਰਕਾਰ ਨੂੰ ਚਾਹੀਦਾ ਸੀ ਕਿ ਕੋਵਿਡ ਖਤਮ ਹੋ ਗਿਆ ਤੇ ਉਹਨਾਂ ਦਾ ਇਨਸੈਂਟਿਵ ਹੈ ਉਹ ਕੱਟਿਆ ਨਾ ਜਾਵੇ। ਜਦੋਂ ਕੋਵਿਡ-19 ਖਤਮ ਹੋਇਆ ਤੇ ਨਾਲ ਦੀ ਨਾਲ ਸਰਕਾਰ ਨੇ ਉਹ ਸਾਡਾ 2500 ਰੁਪਈਆ ਖਤਮ ਕਰ ਦਿੱਤਾ। ਬਿਲਕੁਲ ਵੀ ਹੁਣ ਸਾਨੂੰ ਉਹ 2500 ਨਹੀਂ ਮਿਲਦਾ, ਕੋਈ 10,000 ਨਹੀਂ ਮਿਲਦਾ, ਸਾਰਾ ਬਿਲਕੁਲ ਖਤਮ ਕਰ ਦਿੱਤਾ। ਜਦ ਕਿ ਸਰਕਾਰ ਨੂੰ, ਸੈਂਟਰ ਦੀ ਨੂੰ ਚਾਹੀਦਾ ਸੀ ਤੇ ਪੰਜਾਬ ਦੀ ਨੂੰ ਵੀ ਚਾਹੀਦਾ ਸੀ ਕਿ ਉਹ 2500 ਰੁਪਏ ਨੂੰ ਫਿਕਸ ਕਰ ਦੇ ਤੇ ਸਾਨੂੰ ਮਾਣ ਹੁੰਦਾ ਉਸ ਸਮੇਂ ਕਿ ਅਸੀਂ ਕੰਮ ਕੀਤਾ ਤੇ ਉਸ 2500 ਨੂੰ ਡਬਲ ਵੀ ਕਰ ਦਿੰਦੇ। ਬਟ ਜਦੋਂ ਖਤਮ ਹੋ ਗਿਆ ਤਾਂ ਬਿਲਕੁਲ ਅਸੀਂ ਫਿਰ ਦੁਬਾਰਾ ਉਸੇ ਸਥਿਤੀ ਦੇ ਵਿੱਚ ਚਲੇ ਗਏ ਕਿ ਇੰਨਾ ਕੰਮ ਕੀਤਾ ਤੇ ਕਰਨ ਤੋਂ ਬਾਅਦ ਅਸੀਂ ਬਿਲਕੁਲ ਫਿਰ ਨਿਹੱਥੇ ਉੱਦਾਂ ਹੀ ਹੋ ਗਏ ਹਾਂ। ਤੇ ਉਸ ਤੋਂ ਬਾਅਦ ਫਿਰ ਸਾਨੂੰ ਲਗਾਤਾਰ ਸਟਰਗਲ ਕਰਨੀ ਪਈ ਹੈ ਕਿ ਸਾਨੂੰ ਕੁਛ ਨਾ ਕੁਛ ਹੈ ਜਿਹੜਾ ਮਾਣ ਭੱਤਾ ਸਰਕਾਰ ਲਾਵੇ। ਉਹਦੇ ਲਈ ਅਸੀਂ ਬਹੁਤ ਜ਼ਿਆਦਾ ਸਟਰਗਲ ਕੀਤਾ। ਸਟਰਗਲ ਕਰਨ ਤੋਂ ਬਾਅਦ ਲਗਾਤਾਰ ਅਸੀਂ ਖਰੜ, ਉਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਹੁੰਦੇ ਸੀਗੇ, ਅਸੀਂ ਲਗਾਤਾਰ ਠੰਡੀਆਂ ਰਾਤਾਂ ਦੇ ਵਿੱਚ ਟੈਂਟ ਲਾ ਕੇ ਦਿਨ ਰਾਤ ਅਸੀਂ 2 ਮਹੀਨੇ ਖਰੜ ਹਸਪੀਟਲ ਦੇ ਵਿੱਚ ਬੈਠੇ। ਤੇ ਸਾਨੂੰ ਜਿੱਥੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਮਿਲਦੀ ਜੁਲਦੀ ਸੀ ਤੇ ਦੇਖਦੀ ਵੀ ਸੀ ਸਾਨੂੰ ਕਿ ਕਿੰਨੀਆਂ ਇਹ ਦਰਦਨਾਕ ਹਾਦਸੇ ਉਹਦੇ ਵਿੱਚ ਬੈਠੀਆਂ ਨੇ, ਕਿਉਂਕਿ ਔਰਤਾਂ ਨਾਲ ਹਾਦਸੇ ਹੋਣੇ ਇੱਕ ਜੈਨੂਨ ਜੀ ਗੱਲ ਹੈ। ਉਦੋਂ ਅਸੀਂ ਬੈਠੇ ਸੀ ਟੈਂਟ ਦੇ ਵਿੱਚ ਤਾਂ ਸਾਡੀ ਕਈ ਵਾਰੀ ਚੋਰੀ ਵੀ ਹੋਈ ਹੈ, ਕਈ ਵਾਰ ਸਾਨੂੰ ਕੋਈ ਨਸ਼ੇੜੀ ਬੰਦੇ ਆ ਕੇ ਵੀ ਗਲਤ ਬੰਦਾ ਚੰਗਾ ਸ਼ਬਦ ਵੀ ਬੋਲਦੇ ਹੁੰਦੇ ਸੀ। ਉਹ ਅਸੀਂ ਸਾਰੀ 2 ਮਹੀਨੇ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ। ਉਸ ਤੋਂ ਬਾਅਦ ਜਦੋਂ ਇੰਨਾ ਸੰਤਾਪ ਹੰਢਾਇਆ ਤਾਂ ਸਾਨੂੰ ਇੱਕ ਮੀਟਿੰਗ ਮਿਲੀ, ਮੀਟਿੰਗਾਂ ਲਗਾਤਾਰ ਮਿਲਦੀਆਂ ਸੀਗੀਆਂ ਤੇ ਉਸ ਇੱਕ ਮੀਟਿੰਗ ਦੇ ਵਿੱਚ ਸਾਨੂੰ ਰਾਹਤ ਮਿਲੀ ਕਿ ਤੁਹਾਨੂੰ ਜਿਹੜਾ 2500 ਰੁਪਈਆ ਮਹੀਨੇ ਦਾ ਫਿਕਸ ਕੀਤਾ ਜਾ ਰਿਹਾ। ਤੇ ਅਸੀਂ ਕਹਿ ਰਹੇ ਸੀਗੇ ਵੀ ਜਿਵੇਂ ਹਰਿਆਣਾ ਸਰਕਾਰ ਦੇ ਰਹੀ ਹੈ, ਹਰਿਆਣੇ ਦੇ ਵਿੱਚ ਲਗਭਗ 4000 ਰੁਪਈਆ ਉਸ ਸਮੇਂ ਦੇ ਵਿੱਚ ਮਹੀਨੇ ਦਾ ਦਿੱਤਾ ਜਾਂਦਾ ਸੀ। ਅਸੀਂ ਕਹਿੰਦੇ ਸੀ ਕਿ ਸਾਨੂੰ ਵੀ ਹਰਿਆਣਾ ਪੈਟਰਨ ਹੈ ਜਿਹੜਾ ਪੰਜਾਬ ਸਰਕਾਰ ਦੇਵੇ। ਤੇ ਪਰ ਸਾਨੂੰ ਜਿਹੜਾ 2500 ਰੁਪਈਆ ਪਰ ਮੰਥ ਸਰਕਾਰ ਵੱਲੋਂ ਦੇਣਾ ਸ਼ੁਰੂ ਹੋਇਆ।
ਤੇ ਇਹ ਚੀਜ਼ ਤਾਂ ਹੋਗੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਰੋਜ਼ੀ ਰੋਟੀ ਕਮਾਉਣ ਦੇ ਲਈ ਹੈ ਨਾ ਤੁਸੀਂ ਉਹ ਲੜਾਈ ਤੁਸੀਂ ਲੜ ਰਹੇ ਹੋ। ਇਸ ਤੋਂ ਇਲਾਵਾ ਮੈਂ ਸਮਾਜ ਦੇ ਵਿੱਚ ਵੀ ਚਾਹੂੰਗੀ ਕਿ ਤੁਸੀਂ ਉਸ ਚੀਜ਼ ਦੇ ਉੱਤੇ ਵੀ ਇੱਕ ਵਾਰੀ ਗੱਲ ਕਰਿਓ ਕਿ ਸਮਾਜ ਦੇ ਵਿੱਚ ਔਰਤਾਂ ਦੀ ਸਥਿਤੀ ਜਿਹੜੀ ਹੈ ਉਹ ਕਿਸ ਤਰੀਕੇ ਦੀ ਹੈ। ਤੁਹਾਡੇ ਤੋਂ ਇਲਾਵਾ ਜਿਹੜੀਆਂ ਜੌਬ ਵੀ ਕਰ ਰਹੀਆਂ ਨੇ ਜਾਂ ਫਿਰ ਘਰਾਂ ਦੇ ਵਿੱਚ ਵੀ ਕੰਮ ਕਰ ਰਹੀਆਂ ਨੇ। ਤੇ ਇਸ ਤੋਂ ਇਲਾਵਾ ਦੂਜੀ ਗੱਲ ਕਿ ਤੁਸੀਂ ਹੁਣ ਪ੍ਰਧਾਨ ਹੋ ਪੰਜਾਬ ਦੇ, ਹੈ ਨਾ, ਤਾਂ ਤੁਹਾਡੇ ਲਈ ਕਿਵੇਂ ਦੀਆਂ ਮੁਸ਼ਕਿਲਾਂ ਹੁੰਦੀਆਂ ਨੇ? ਕਿਉਂਕਿ ਪਿੰਡਾਂ ਦੇ ਵਿੱਚੋਂ ਬੀਬੀਆਂ ਨੂੰ ਬਾਹਰ ਲੈ ਕੇ ਆਉਣਾ ਹੀ ਬਹੁਤ ਮੁਸ਼ਕਿਲ ਹੁੰਦਾ, ਫਿਰ ਉਹਨਾਂ ਨੂੰ ਇਕੱਠੇ ਕਰਨਾ, ਉਹਨਾਂ ਨੂੰ ਉਹ ਤਮਾਮ ਚੀਜ਼ਾਂ ਸਮਝਾਉਣੀਆਂ, ਔਰ ਫਿਰ ਇਹ ਵੀ ਹੁੰਦਾ ਕਿ ਤੁਸੀਂ ਇੱਕ ਪੁਆਇੰਟ ਦੇ ਨਾਲ ਕੋਈ ਗੱਲ ਰੱਖਣੀ ਹੈ। ਇੱਕ ਤੁਸੀਂ ਸਿਰਫ ਨਾਰਾ ਲਾ ਦੇਣਾ ਉਨਾ ਕਾਫੀ ਨਹੀਂ ਹੁੰਦਾ, ਤੁਸੀਂ ਹਰ ਗੱਲ ਸਮਝਾਉਣੀ ਵੀ ਆ ਕਿਸੇ ਨੂੰ ਵੀ, ਤੁਹਾਡੇ ਤੇ ਕੋਈ ਉਂਗਲ ਨਾ ਚੱਕ ਸਕੇ ਵੀ ਤੁਸੀਂ ਸਿਰਫ ਬੋਲਣਾ ਜਾਣਦੇ, ਤੁਹਾਨੂੰ ਪਤਾ ਕੁਛ ਹੈ ਨਹੀਂਗਾ। ਉਸ ਚੀਜ਼ ਨੂੰ ਲੈ ਕੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹੋ, ਕਿਵੇਂ ਫਿਰ ਸਭ ਨੂੰ ਸਮਝਾਉਂਦੇ ਹੋ, ਇੱਕ ਯੂਨਿਟੀ ਬਣਾਉਂਦੇ ਹੋ, ਤੇ ਫਿਰ ਤੁਸੀਂ ਆਪਣੀ ਲੜਾਈ ਜਿਹੜੀ ਉਹਨੂੰ ਅੱਗੇ ਕੰਟੀਨਿਊ ਕਰਦੇ ਹੋ? ਦੇਖੋ ਜਿਹੜੀਆਂ ਸਮਾਜ ਦੀਆਂ ਭਾਵੇਂ ਉਹ ਇੱਕ ਬੇਟੀ ਹੈ, ਬੇਟੀ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਜਿਹੜੀਆਂ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ, ਉਹਨਾਂ ਨੂੰ ਬੜੀਆਂ ਸਟਰਗਲਾਂ ਕਰਨੀਆਂ ਪੈਂਦੀਆਂ ਨੇ ਆਪਣੀ ਲਾਈਫ ਦੇ ਵਿੱਚ ਵੀ। ਕਿਉਂਕਿ ਜੇ ਗੱਲ ਕਰ ਲਈਏ ਆਪਾਂ, ਇੱਕ ਛੋਟੀ ਬੱਚੀ ਤੋਂ ਹੀ ਲੈ ਕੇ ਸਟਰਗਲਾਂ ਜਿਹੜੀਆਂ ਲਗਾਤਾਰ ਸ਼ੁਰੂ ਹੋ ਜਾਂਦੀਆਂ ਨੇ। ਅੱਗੇ ਤਾਂ ਇਹ ਵੀ ਹੁੰਦਾ ਸੀ ਕਿ ਸੱਸ ਨੂੰਹ ਦੇ ਰਿਸ਼ਤਿਆਂ ਦੇ ਵਿੱਚ ਬੜਾ ਫਰਕ ਹੁੰਦਾ ਸੀਗਾ, ਤੇ ਇੱਕ ਬੇਟੀ ਨੂੰ ਨੂੰਹ ਨੂੰ ਕਦੇ ਵੀ ਇੱਕ ਬੇਟੀ ਨਹੀਂ ਸੀ ਮੰਨਿਆ ਜਾਂਦਾ। ਤੇ ਪਰ ਹੁਣ ਤਾਂ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਆਈਆਂ ਨੇ। ਤੇ ਜਦੋਂ ਆਸ਼ਾ ਵਰਕਰ ਦੀ ਮੈਂ ਗੱਲ ਕਰ ਲਾਂ, ਆਸ਼ਾ ਵਰਕਰ ਤੇ ਫੈਸਿਲੀਟੇਟਰ ਨੂੰ ਜਗਾਉਣਾ ਮੈਂ ਤਾਂ ਇੱਕ ਬੱਚਿਆਂ ਵਾਂਗ ਸਮਝੀਆਂ ਹੋਈਆਂ ਨੇ। ਬੱਚਿਆਂ ਵਾਂਗ ਜਿਵੇਂ ਇੱਕ ਮਾਂ ਬੱਚੇ ਨੂੰ ਸਿਖਾਉਂਦੀ ਹੈ, ਮੈਂ ਇੱਦਾਂ ਆਪਣੀਆਂ ਵਰਕਰਾਂ ਨੂੰ ਸਿਖਾਇਆ। ਜਦੋਂ ਇਹ ਡਿਜੀਟਲ ਜ਼ਮਾਨਾ ਨਹੀਂ ਸੀ ਹੁੰਦਾ, ਉਦੋਂ ਮੈਂ ਘਰ ਘਰ ਜਾ ਕੇ ਇੱਕ ਯੂਨਿਟੀ ਬਣਾਈ, ਘਰ ਘਰ ਜਾ ਕੇ ਯੂਨਿਟੀ ਬਣਾਈ ਮੈਂ। ਉਹ ਯੂਨਿਟੀ ਬਣਾ ਕੇ ਜਿਹੜੀ ਉਸ ਤੋਂ ਬਾਅਦ ਇੱਕ ਇਕੱਠੇ ਕੀਤੇ। ਇਕੱਠੇ ਕਰਨ ਤੋਂ ਬਾਅਦ ਅਸੀਂ ਇੱਕ ਉਹਨਾਂ ਨੂੰ ਦੱਸਿਆ ਵੀ ਕਿੱਦਾਂ ਆਪਣੇ ਹੱਕ ਲੈਣੇ ਨੇ। ਆਪਾਂ ਸਰਕਾਰ ਦੇ ਕੰਮ ਕਰਦੇ ਹਾਂ, ਬਹੁਤ ਸਾਰੇ ਅਸੀਂ ਪੰਜਾਬ ਨੂੰ ਸਥਾਨ ਨੂੰ ਪਹਿਲੇ ਨੰਬਰ 'ਤੇ ਲੈ ਕੇ ਆਏ ਹਾਂ ਹਰ ਕੰਮ ਦੇ ਵਿੱਚ। ਅਤੇ ਉਹਦੇ ਲਈ ਜਿਹੜਾ ਸਾਨੂੰ ਇੱਕ ਬੱਚਿਆਂ ਦੀ ਤਰ੍ਹਾਂ ਮੈਨੂੰ ਆਪਣੇ ਸਿਖਾਉਣੇ ਪੈਂਦੇ ਨੇ ਸਾਰੇ ਵਰਕਰ। ਹੁਣ ਤਾਂ ਮੈਨੂੰ ਬਹੁਤ ਮਾਣ ਹੈ, ਮੇਰੀਆਂ ਭੈਣਾਂ ਬਹੁਤ ਜਾਗਰੂਕ ਹੋ ਚੁੱਕੀਆਂ ਨੇ। ਮੈਂ ਮੇਰੀਆਂ ਭੈਣਾਂ ਨੂੰ ਇੱਕ ਸੁਨੇਹਾ, ਕਿਉਂਕਿ ਹੁਣ ਸੁਨੇਹਾ ਮੈਸੇਜ ਦੇਣਾ ਬੜਾ ਸੌਖਾ ਹੈ, ਬੜਾ ਆਸਾਨ ਹੋ ਗਿਆ ਹੁਣ। ਅੱਗੇ ਅਸੀਂ ਜਦੋਂ ਮੈਂ 2008 ਦੀ ਗੱਲ ਕਰਾਂ ਤਾਂ ਸਾਨੂੰ ਘਰ ਘਰ ਜਾਣਾ ਪੈਂਦਾ ਸੀ, ਘਰ ਘਰ ਹਰ ਪਿੰਡ ਦੇ ਵਿੱਚ ਜਾ ਜਾ ਕੇ ਆਪਣੀਆਂ ਵਰਕਰਾਂ ਦੀ ਇੱਕ ਯੂਨਿਟੀ ਬਣਾਉਣੀ, ਫਿਰ ਇਕੱਲੇ ਇਕੱਲੇ ਨੂੰ ਫੋਨ ਕਰਕੇ ਸਮਝਾਉਣਾ, ਦੱਸਣਾ, ਕਿਤੇ ਇਕੱਠੇ ਕਰਨਾ। ਕਿਉਂਕਿ ਉਦੋਂ ਇੰਨਾ ਨਹੀਂ ਸੀ ਸੌਖਾ ਕੰਮ, ਹੁਣ ਤਾਂ ਬਹੁਤ ਸੌਖਾ ਹੈ। ਹੁਣ ਤਾਂ ਗਰੁੱਪ ਬਣਾਓ, ਮੈਸੇਜ ਪਾਓ, ਇਹ ਕਰੋ, ਹੁਣ ਤਾਂ ਬਹੁਤ ਸੌਖਾ ਹੈ ਹੁਣ। ਪਰ ਜਦੋਂ ਮੈਂ 2008 ਤੋਂ ਲੈ ਕੇ ਸਟਰਗਲ ਦੀ ਗੱਲ ਹੁਣ ਤੱਕ ਦੀ ਕਰਾਂ ਤਾਂ ਬੜੇ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚ ਮੈਂ ਆਪਣੇ ਵਰਕਰ ਜਗਾਏ। ਮੇਰੀਆਂ ਭੈਣਾਂ ਜਾਗਦੀਆਂ ਹੋ ਗਈਆਂ। 14 ਸਾਲਾਂ ਦੇ ਵਿੱਚ ਹੁਣ ਮੇਰੀਆਂ ਭੈਣਾਂ ਬਹੁਤ ਜਾਗਦੀਆਂ ਨੇ। ਹੁਣ ਥੋੜ੍ਹੀ ਜਿਹੀ ਕਮੀ ਮੇਰੀਆਂ ਭੈਣਾਂ 'ਚ ਜਿਹੜੀ ਹੈਗੀ ਉਹ ਅਸੀਂ ਜਲਦੀ ਦੂਰ ਕਰਾਂਗੇ। ਬਹੁਤ ਜਲਦੀ ਅਸੀਂ ਉਹਨਾਂ ਨੂੰ ਹੋਰ ਵੀ ਕੁਛ ਸਿਖਾਉਣਾ ਚਾਹੁੰਦੇ ਹਾਂ, ਅਤੇ ਮੈਂ ਬਹੁਤ ਕੁਛ ਸਿਖਾਉਣਾ ਹੈ ਹਜੇ ਆਪਣੀਆਂ ਵਰਕਰਾਂ ਨੂੰ। ਜੀ, ਥੈਂਕ ਯੂ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ। ਅਤੇ ਤੁਹਾਡੀ ਜਦੋਂ ਤੁਸੀਂ ਐਂਡ 'ਚ ਹੁਣ ਕਿਹਾ ਨਾ ਵੀ ਮੈਂ ਸਿਖਾਉਣਾ ਚਾਹੁੰਦੀ ਹਾਂ, ਤਾਂ ਉਦੋਂ ਜਿਹੜਾ ਤੁਹਾਡੇ ਫੇਸ 'ਤੇ ਗਲੋ ਆਇਆ ਨਾ, ਉਹ ਇਹ ਦੱਸਦਾ ਹੈ ਵੀ ਤੁਹਾਡੇ ਅੰਦਰ ਉਹ ਜਜ਼ਬਾ ਆਇਆ ਕਿ ਮੈਂ ਆਪਣੇ ਨਾਲ ਦੀਆਂ ਬੀਬੀਆਂ ਨੂੰ ਇੱਕ ਟੀਮ ਬਣਾ ਕੇ ਤਿਆਰ ਕਰਨਾ, ਹੈ ਨਾ। ਤਾਂ ਮੈਮ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੁਸੀਂ ਸੁਣਿਆ ਆ, ਤੁਸੀਂ ਸਮਝਿਆ ਆ ਕਿ ਜਦੋਂ ਕੋਵਿਡ ਟਾਈਮ ਦੇ ਵਿੱਚ ਸਰਕਾਰ ਨੂੰ ਆਸ਼ਾ ਵਰਕਰਾਂ ਦੀ ਲੋੜ ਪਈ ਤਾਂ ਉਦੋਂ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਜ਼ਿੰਦਗੀ ਦੇ ਰਿਸਕ ਦੇ ਉੱਤੇ ਉਹਨਾਂ ਨੂੰ ਫੀਲਡ 'ਚ ਉਤਾਰ ਦਿੱਤਾ ਗਿਆ। ਪਰ ਜਦੋਂ ਕੁਝ ਦੇਣ ਦਾ ਵੇਲਾ ਆਇਆ ਤਾਂ ਉਦੋਂ ਸਰਕਾਰ ਨੇ ਪੈਰ ਪਿੱਛੇ ਖਿੱਚ ਲਏ। ਪਰ ਇਹ ਆਸ਼ਾ ਵਰਕਰਾਂ ਅੱਜ ਵੀ ਉਸੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਪਰ ਇੱਕ ਸਿਰਫ ਪਹਿਚਾਣ ਮੰਗਦੀਆਂ ਨੇ ਕਿ ਸਾਨੂੰ ਸਨਮਾਨ ਜਿਹੜਾ ਉਹ ਸਮਾਜ ਦੇ ਵਿੱਚ ਉਸੇ ਤਰੀਕੇ ਦੇ ਨਾਲ ਦਿੱਤਾ ਜਾਵੇ ਜਿਵੇਂ ਹੋਰ ਜਿਹੜੇ ਵਿਭਾਗਾਂ ਦੇ ਵਿੱਚ ਲੋਕ ਕੰਮ ਕਰਦੇ ਨੇ, ਉਸੇ ਤਰੀਕੇ ਦੇ ਨਾਲ ਸਾਨੂੰ ਵੀ ਸਨਮਾਨ ਕੀਤਾ ਜਾਵੇ। ਤਾਂ ਮੈਮ ਦੇ ਨਾਲ ਗੱਲਬਾਤ ਕੀਤੀ ਹੈ ਕਿਰਨਦੀਪ ਕੌਰ ਪੰਜੋਲਾ ਜੀ ਦੇ ਨਾਲ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ ਅਤੇ ਇਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਆਸ਼ਾ ਵਰਕਰਾਂ ਦੀ ਇੱਕ ਜਿਹੜੀ ਇੰਪੋਰਟੈਂਸ ਹੈ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ, ਜਿਸ ਤਰੀਕੇ ਦੇ ਨਾਲ ਉਹ ਸਾਡੇ ਬੀਬੀਆਂ ਦੇ ਨਾਲ ਖੜ੍ਹਦੀਆਂ ਨੇ, ਉਸ ਨੂੰ ਤੁਸੀਂ ਵੀ ਇੰਪੋਰਟੈਂਸ ਦਿਓਗੇ ਅਤੇ ਉਹਨਾਂ ਦੇ ਕੰਮਾਂ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਸਮਾਜ ਵੀ ਦੇਵੇਗਾ ਅਤੇ ਸਰਕਾਰ ਵੀ ਦੇਵੇਗੀ।